ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਅੱਜ ਵਿਚਾਰ ਕਰਾਂਗੇ ਕਰਮਾਂ ਦੀ ਖੇਡ। ਬੰਦੇ ਦੇ ਕਰਮ ਕਿਵੇਂ ਚੱਲਦੇ ਹਨ, ਕਿਵੇਂ ਬੀਤਦੇ ਹਨ। ਇਤਿਹਾਸਕ ਘਟਨਾ ਹੈ ਮਹਾਭਾਰਤ ਵਿੱਚੋਂ। ਆਪ ਜੀ ਨੇ ਸੁਣਿਆ ਹੋਵੇਗਾ, ਦ੍ਰੋਪਦੀ ਦਾ ਚੀਰ ਹਰਨ ਕਰਨ ਦੀ, ਪੰਚਾਲੀ ਦਾ ਉਹਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਕ੍ਰਿਸ਼ਨ ਭਗਵਾਨ ਨੇ ਇੱਜ਼ਤ ਪੱਤ ਰੱਖੀ, ਪਰ ਪੰਚਾਲੀ ਨੂੰ ਜਦੋਂ ਪਾਂਡਵ ਜੂਏ 'ਚ ਹਾਰ ਗਏ, ਉਹਨਾਂ ਨੇ ਫਿਰ ਉਸ ਵੇਲੇ ਪੰਚਾਲੀ ਨੂੰ ਕੇਸਾਂ ਤੋਂ ਪਕੜ ਕੇ, ਦ੍ਰੋਪਦੀ ਨੂੰ ਜਿਹਦੇ 5 ਪਤੀ ਸੀ, ਕੇਸਾਂ ਤੋਂ ਪਕੜ ਕੇ ਬੜਾ ਬੇਇੱਜ਼ਤ ਕਰਕੇ ਸਭਾ ਵਿੱਚ ਲਿਆਂਦਾ ਗਿਆ। ਇੱਥੇ ਬੇਇੱਜ਼ਤੀ ਹੋਈ। ਜਦੋਂ ਚੀਰ ਹਰਨ ਕਰਨ ਲੱਗੇ, ਉਦੋਂ ਕ੍ਰਿਸ਼ਨ ਭਗਵਾਨ ਨੇ ਲਾਜ ਪੱਤ ਰੱਖੀ। ਮਤਲਬ ਕਿ ਇੱਜ਼ਤ ਵੀ ਰਹਿ ਗਈ ਤੇ ਬੇਇੱਜ਼ਤੀ ਵੀ ਹੋਈ। ਪੰਚਾਲੀ ਨੂੰ ਇਸ ਗੱਲ ਦਾ ਸਮਰਨ ਸੀ ਵੀ ਮੇਰੀ ਜੇ ਇੱਜ਼ਤ ਰੱਖੀ ਗਈ ਹੈ ਤੇ ਮੇਰੀ ਬੇਇੱਜ਼ਤੀ, ਮੇਰੀ ਪੱਤ ਵੀ ਗਈ ਹੈ। ਉਹ ਜਦੋਂ ਇਹ ਸਾਰਾ ਕੁਝ ਹੋ ਗਿਆ, ਫਿਰ ਕ੍ਰਿਸ਼ਨ ਭਗਵਾਨ ਕੋਲ ਜਾ ਕੇ ਰੋਂਦੀ ਹੈ ਤੇ ਪੁੱਛਦੀ ਹੈ, ਮਹਾਰਾਜ ਤੁਸੀਂ ਮੇਰੀ ਇੱਜ਼ਤ ਰੱਖੀ, ਇਸ ਲਈ ਤੁਹਾਡਾ ਧੰਨਵਾਦ, ਪਰ ਮੇਰੀ ਬੇਇੱਜ਼ਤੀ ਵੀ ਬੜੀ ਹੋਈ। ਜਿਹਦੇ 5 ਪਤੀ ਹੋਣ, ਪਤੀ ਤੇ ਇੱਕ ਨਹੀਂ ਮਾਣ ਜੀ, ਇੱਕ ਖਸਮ ਦਾ ਹੀ ਬੜਾ ਮਾਣ ਹੁੰਦਾ, ਤੇ ਮੇਰੇ 5 ਪਤੀ ਹੋਣ ਦੇ ਬਾਵਜੂਦ ਵੀ ਇੰਨੀ ਬੇਪਤੀ, ਇੰਨੀ ਬੇਇੱਜ਼ਤੀ। ਤੁਸੀਂ ਮੇਰੀ ਇੱਜ਼ਤ ਵੀ ਰੱਖੀ ਤੇ ਤੁਸੀਂ ਮੇਰੀ ਬੇਇੱਜ਼ਤੀ ਵੀ ਕਰਵਾਈ। ਇਹ ਕਿਉਂ? ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਦੇਖ ਪੰਚਾਲੀ, ਨਾ ਮੈਂ ਤੇਰੀ ਇੱਜ਼ਤ ਕਰਵਾਈ, ਨਾ ਮੈਂ ਤੇਰੀ ਪੱਤ ਰੱਖੀ, ਤੇ ਨਾ ਹੀ ਮੈਂ ਤੇਰੀ ਬੇਇੱਜ਼ਤੀ ਕਰਵਾਈ, ਨਾ ਹੀ ਮੈਂ ਤੈਨੂੰ ਬੇਪੱਤ ਕੀਤਾ। ਉਹ ਕਹਿੰਦੀ ਕਿਉਂ? ਕਹਿੰਦੇ ਮੇਰਾ ਕੀਤਾ ਕੁਝ ਨਹੀਂ, ਇਹ ਤੇਰੇ ਕਰਮ ਹਨ। ਤੂੰ ਆਪਣੇ ਕਰਮਾਂ ਕਰਕੇ ਤੇਰੀ ਬੇਪਤੀ ਹੋਈ, ਤੇਰੇ ਕਰਮਾਂ ਕਰਕੇ ਤੇਰੀ ਪੱਤ ਰਹਿ ਗਈ। ਉਹ ਕਹਿੰਦੀ ਜੀ ਦੱਸੋ ਮੈਨੂੰ, ਕਿਸ ਤਰ੍ਹਾਂ ਇਹ ਕਿਉਂ ਹੋਇਆ ਵੀ ਪੱਤ ਵੀ ਰਹਿ ਗਈ, ਪੱਤ ਗਈ ਵੀ? ਉਹ ਕਹਿਣ ਲੱਗੇ ਤੇਰੇ ਕਰਮ ਹਨ। ਸੁਣੋ ਜੀ, ਕਰਮਾਂ ਦੀ ਖੇਡ ਹੈ, ਇਹ ਤੇਰੇ ਕਰਮ ਹਨ। ਉਹ ਕਹਿੰਦੀ ਜੀ ਫਿਰ ਮੈਨੂੰ ਦੱਸੋ ਇਹ ਕਿਵੇਂ ਹੋਇਆ? ਕਹਿੰਦੇ ਚੰਗਾ ਦੱਸ, ਪਹਿਲਾਂ ਕੀ ਸੁਣਨਾ? ਵੀ ਤੇਰੀ ਇੱਜ਼ਤ ਕਿਉਂ ਰਹੀ ਇਹ ਸੁਣਨਾ ਹੈ, ਜਾਂ ਤੇਰੀ ਇੱਜ਼ਤ ਕਿਉਂ ਗਈ ਇਹ ਸੁਣਨਾ? ਤੇ ਕਿਸੇ ਬੰਦੇ ਨੂੰ ਤੁਸੀਂ ਪੁੱਛ ਲਿਓ ਜੀ, ਵੀ ਤੈਨੂੰ ਪੁੱਛਿਆ ਜਾਵੇ ਤੇ ਉਹ ਕਹੇਗਾ ਪਹਿਲਾਂ ਮੈਨੂੰ ਇਹ ਦੱਸੋ ਮੈਂ ਨਾ ਦੁਖੀ ਕਿਉਂ। ਕੋਈ ਬੰਦਾ ਕਹਿੰਦਾ ਮੈਨੂੰ ਦੱਸੋ ਜੀ ਮੈਂ ਨਾ ਸੁਖੀ ਕਿਉਂ, ਕਹਿੰਦਾ ਮੈਨੂੰ ਇਹ ਦੱਸੋ ਜੀ ਮੈਂ ਨਾ ਦੁਖੀ ਕਿਉਂ। ਕਹਿੰਦੀ ਜੀ ਪਹਿਲਾਂ ਇਹ ਦੱਸੋ ਮੇਰੀ ਪੱਤ ਕਿਉਂ ਗਈ, ਮੈਨੂੰ ਦੁੱਖ ਕਿਉਂ ਲੱਗਾ। ਕਦੀ ਬੰਦਾ ਰੱਬ ਨੂੰ ਰੋਲਾ ਪਾ ਕੇ ਨਹੀਂ ਕਹਿੰਦਾ, ਰੱਬਾ ਦੱਸ ਮੈਨੂੰ ਇੰਨਾ ਸੁੱਖ ਕਿਉਂ ਦਿੱਤਾ, ਸੁੱਖ ਕਿਉਂ ਦਿੱਤਾ। ਬੰਦਾ ਜਦੋਂ ਰੱਬ ਨਾਲ ਲੜਦਾ ਇਸੇ ਕਰਕੇ ਲੜਦਾ, ਦੱਸ ਮੈਨੂੰ ਆਹ ਦੁੱਖ ਕਿਉਂ ਦਿੱਤਾ, ਆਹ ਦੁੱਖ ਕਿਉਂ ਦਿੱਤਾ। ਤੁਹਾਡਾ ਤਜਰਬਾ ਹੋਵੇਗਾ ਜੀ ਜ਼ਿੰਦਗੀ ਦਾ। ਸੋ ਪੰਚਾਲੀ ਵੀ ਕਹਿੰਦੀ ਜੀ ਨਹੀਂ ਜੀ, ਪਹਿਲਾਂ ਇਹ ਦੱਸੋ ਮੈਨੂੰ ਇੰਨਾ ਦੁੱਖ ਕਿਉਂ ਦਿੱਤਾ, ਮੇਰੀ ਬੇਪਤੀ ਕਿਉਂ ਹੋਈ, ਮੇਰੀ ਬੇਇੱਜ਼ਤੀ ਕਿਉਂ ਹੋਈ ਸਭਾ ਦੇ ਵਿੱਚ। ਕ੍ਰਿਸ਼ਨ ਭਗਵਾਨ ਕਹਿੰਦੇ ਨੇ ਸੁਣ ਫਿਰ, ਯਾਦ ਕਰ ਪੰਚਾਲੀ, ਹਸਤਨਾਪੁਰ, ਇਹ ਪਿਆਰੋ ਹਸਤਨਾਪੁਰ ਨਾ ਦਿੱਲੀ ਵਿੱਚ ਹੈ, ਇੱਥੇ ਕੌਰਵਾਂ ਪਾਂਡਵਾਂ ਦਾ ਰਾਜ ਸੀ। ਹਸਤਨਾਪੁਰ ਵਿੱਚ ਪੰਚਾਲੀ ਨੇ ਬਣਾਇਆ ਇੱਕ ਰੰਗ ਮਹਿਲ, ਉਹ ਅੱਜ ਵੀ ਹੈ। ਰੰਗ ਮਹਿਲ ਬਣਾਇਆ ਤੇ ਕਹਿਣ ਲੱਗੇ ਰੰਗ ਮਹਿਲ ਇਸ ਤਰੀਕੇ ਨਾਲ ਬਣਿਆ ਵੀ ਜਿੱਥੇ ਦਰਵਾਜ਼ਾ ਨਜ਼ਰ ਆਉਂਦਾ ਸੀ ਉੱਥੇ ਕੰਧ ਸੀ। ਜਿੱਥੇ ਦਰਵਾਜ਼ਾ ਨਜ਼ਰ ਆਉਂਦਾ ਸੀ ਨਾ, ਉਹ ਮੀਨਾਕਾਰੀ ਇਸ ਤਰ੍ਹਾਂ ਦੀ ਕੀਤੀ। ਇਹ ਸਮਝਾਉਣ ਵਾਸਤੇ, ਜਿਵੇਂ ਹੁਣ ਆਪਣੇ ਘਰਾਂ 'ਚ 3D ਟਾਈਲਾਂ ਨਹੀਂ ਲੱਗਦੀਆਂ, ਕੰਧ ਤੇ ਟਾਈਲ ਲੱਗੀ, ਆਪਾਂ ਨੂੰ ਇਉਂ ਲੱਗਦਾ ਜਿਵੇਂ ਬਾਹਰ ਪਈ ਹੈ। ਤੁਸੀਂ ਕਈ ਵੀਡੀਓ 'ਚ ਵੀ ਵੇਖਿਆ ਹੋਵੇਗਾ, ਉਹ ਸੜਕ 'ਤੇ ਬਣਾ ਦਿੰਦੇ ਹਨ, ਇਉਂ ਲੱਗਦਾ ਜਿਵੇਂ ਸੜਕ ਦੇ ਵਿੱਚ ਖੱਡਾ ਹੈ ਟੋਇਆ। ਤੇ ਉਹ ਕਹਿਣ ਲੱਗੇ ਉਹਨਾਂ ਨੇ ਇਸ ਤਰ੍ਹਾਂ ਬਣਾਈ, ਮੀਨਾਕਾਰੀ, ਚਿੱਤਰਕਾਰੀ ਇਸ ਤਰ੍ਹਾਂ ਦੀ ਕੀਤੀ ਵੀ ਜਿੱਥੇ ਦਰਵਾਜ਼ਾ ਲੱਗਦਾ ਹੈ ਵੀ ਇੱਥੇ ਦਰਵਾਜ਼ਾ ਹੋਵੇਗਾ, ਉੱਥੇ ਕੰਧ ਸੀ, ਤੇ ਜਿੱਥੇ ਕੰਧ ਸੀ, ਕੰਧ ਲੱਗਦੀ ਉੱਥੇ ਦਰਵਾਜ਼ਾ ਸੀ। ਅੰਦਰ ਚਲੇ ਜਾਓ ਉਹਦੇ ਦਰਵਾਜ਼ਾ ਪਾਰ ਕਰਕੇ, ਜਿੱਥੇ ਜ਼ਮੀਨ ਦਿਖਦੀ ਹੈ ਉੱਥੇ ਪਾਣੀ ਸੀ, ਜਿੱਥੇ ਪਾਣੀ ਦਿਖਾਈ ਦਿੰਦਾ ਉੱਥੋਂ ਜ਼ਮੀਨ ਸੀ, ਉਹ ਲੰਘਣ ਵਾਲੀ ਜਗ੍ਹਾ ਸੀ। ਤੀਜਾ ਨੰਬਰ ਕਹਿੰਦੇ ਨੇ ਜੀ, ਜਿੱਥੇ ਬੈਠਣ ਵਾਲੀ ਜਗ੍ਹਾ ਦਿਖਾਈ ਦਿੰਦੀ ਸੀ ਨਾ, ਉੱਥੇ ਟੋਏ ਸੀ।
ਤੇ ਜਿੱਥੇ ਟੋਏ ਦਿਖਾਈ ਦਿੰਦੇ ਸਨ ਉਹ ਬੈਠਣ ਵਾਲੀ ਜਗ੍ਹਾ ਸੀ। ਇਸ ਹਿਸਾਬ ਨਾਲ ਉਹਨਾਂ ਨੇ ਇਹ ਰੰਗ ਮਹਿਲ ਬਣਾਇਆ। ਤੇ ਦੁਰਯੋਧਨ ਆਇਆ ਜੀ, ਜਿਹੜਾ ਕੌਰਵਾਂ ਦਾ ਵੱਡਾ ਸੀ। ਦੁਰਯੋਧਨ ਆਇਆ, ਇਹਨੇ ਜਿੱਥੇ ਵੇਖਿਆ ਵੀ ਦਰਵਾਜ਼ੇ ਦੀ ਚਿੱਤਰਕਾਰੀ, ਪਹਿਲਾਂ ਤੇ ਇਹ ਦਰਵਾਜ਼ਾ ਸਮਝ ਕੇ ਵਿਚਾਰਾ ਕੰਧ ਵਿੱਚ ਵੱਜਾ, ਬੜਾ ਸ਼ਰਮਿੰਦਾ ਹੋਇਆ, ਲੋਕ ਹੱਸੇ। ਫਿਰ ਜਦੋਂ ਅੰਦਰ ਗਿਆ, ਹੁਣ ਜਿੱਥੇ ਪਾਣੀ ਦਿਖਾਈ ਦਿੰਦਾ ਉੱਥੇ ਰਸਤਾ ਹੈ, ਜਿੱਥੇ ਰਸਤਾ ਦਿਖਾਈ ਦਿੰਦਾ ਉਹ ਪਾਣੀ ਹੈ। ਇਹ ਫਿਰ ਚੱਕਰ ਖਾ ਗਿਆ, ਜਿੱਥੇ ਪਾਣੀ ਸੀ ਰਸਤਾ ਸਮਝ ਕੇ ਜਦੋਂ ਵਿੱਚ ਪਿਆ ਤੇ ਪਾਣੀ ਦੇ ਵਿੱਚ ਡਿੱਗ ਪਿਆ। ਜਦੋਂ ਡਿੱਗਿਆ ਫਿਰ ਉੱਠਿਆ, ਫਿਰ ਸ਼ਰਮਿੰਦਾ ਹੋਇਆ, ਲੋਕ ਹੱਸੇ। ਤੀਜੀ ਵਾਰੀ ਹੁਣ ਜਿੱਥੇ ਟੋਏ ਦਿਖਾਈ ਦਿੰਦੇ ਹਨ ਉੱਥੇ ਬੈਠਣ ਦੀ ਜਗ੍ਹਾ, ਤੇ ਜਿੱਥੇ ਬੈਠਣ ਦੀ ਜਗ੍ਹਾ ਦਿਖਾਈ ਦਿੰਦੀ ਉੱਥੇ ਟੋਏ ਸੀ। ਇਹ ਫਿਰ ਬੈਠਣ ਵਾਲੀ ਜਗ੍ਹਾ ਸਮਝ ਕੇ ਜਦੋਂ ਬੈਠਾ ਤੇ ਟੋਏ ਵਿੱਚ ਡਿੱਗ ਪਿਆ। ਫਿਰ ਇਹਦੀ ਬੇਇੱਜ਼ਤੀ ਹੋਈ, ਫਿਰ ਸਾਰੇ ਹੱਸੇ। ਤੇ ਪੰਚਾਲੀ ਨੇ ਉਸ ਵੇਲੇ ਬਚਨ ਕੀਤਾ ਸੀ ਜੀ ਮੁੱਖ ਵਿੱਚੋਂ ਕਿ ਅੰਨੇ ਦਾ ਅੰਨਾ ਹੀ ਹੈ। ਕਿਉਂਕਿ ਇਤਿਹਾਸ ਪੜ੍ਹੋ, ਇਤਿਹਾਸ ਪੜ੍ਹੋ। ਦੁਰਯੋਧਨ ਦਾ ਜਿਹੜਾ ਪਿਤਾ ਸੀ ਨਾ, ਇਹਦਾ ਪਿਤਾ ਸੀ ਧ੍ਰਿਤਰਾਸ਼ਟਰ। ਇਹ ਜਨਮ ਤੋਂ ਅੰਨਾ ਸੀ। ਤੇ ਫਿਰ ਇਹਨੇ ਬਚਨ ਸੁਣਿਆ ਵੀ ਮੈਨੂੰ ਮਿਹਣਾ ਮਾਰਿਆ ਵੀ ਅੰਨੇ ਦਾ ਅੰਨਾ ਹੀ ਹੈ। ਬਸ ਆਹ ਗੱਲ ਦਾ ਬਦਲਾ ਲੈਣ ਲਈ ਨਾ ਜੀ ਸੰਗਤ ਜੀ, ਆਪ ਜੀ ਦੇ ਗਿਆਤ ਲਈ ਅਰਜ਼ ਕਰਾਂ, ਜਿਤਨੀ ਮਹਾਂਭਾਰਤ ਹੋਈ ਨਾ ਦਾ ਯੁੱਧ ਹੋਇਆ ਹੈ, ਬਸ ਆ ਯੁੱਧ ਜ਼ਿਆਦਾਤਰ ਇਸ ਬਚਨ ਕਰਕੇ ਹੋਇਆ ਹੈ ਵੀ ਇਹਨੇ ਮੈਨੂੰ ਇਹ ਬਚਨ ਕਿਹਾ ਹੈ ਅੰਨੇ ਦਾ ਅੰਨਾ ਹੀ ਹੈ। ਚਲੋ ਜੀ, ਕ੍ਰਿਸ਼ਨ ਭਗਵਾਨ ਕਹਿਣ ਲੱਗੇ ਵੀ ਤੂੰ ਇੱਕ ਬੰਦੇ ਨੂੰ ਇਹ ਬਚਨ ਕੀਤਾ ਸੀ, ਤੇਰਾ ਕਰਮ ਬਣ ਗਿਆ ਅੰਨੇ ਦਾ ਅੰਨਾ ਹੀ ਹੈ, ਜਦ ਕਿ ਉਹ ਬੰਦਾ ਠੀਕ ਸੀ। ਅੰਨਾ ਹੁੰਦਾ ਫਿਰ ਵੀ ਤੂੰ ਬਚ ਜਾਂਦੀ। ਪਰ ਕਹਿਣ ਲੱਗੇ ਤੂੰ ਇੱਕ ਤੇ ਉਹਦੀ ਬੇਇੱਜ਼ਤੀ ਕੀਤੀ, ਪਹਿਲਾਂ ਉਹ ਦਰਵਾਜ਼ੇ ਦੀ ਥਾਂ ਕੰਧ 'ਚ ਵੱਜਾ, ਰਸਤੇ ਤੇ ਚੱਲਣ ਵਾਲੀ ਥਾਂ ਤੇ ਪਾਣੀ 'ਚ ਡਿੱਗਾ, ਬੈਠਣ ਵਾਲੀ ਥਾਂ ਤੇ ਟੋਏ 'ਚ ਡਿੱਗਾ। 3 ਵਾਰੀ ਬੇਇੱਜ਼ਤੀ ਕੀਤੀ ਤੇ ਚੌਥਾ ਬਚਨ ਉਹਨੂੰ ਕੀਤਾ ਅੰਨੇ ਦਾ ਅੰਨਾ ਹੀ ਹੈ, ਇਹ ਤੇਰਾ ਕਰਮ ਬਣ ਗਿਆ। ਕਹਿਣ ਲੱਗੇ ਦ੍ਰੋਪਦੀ, ਇੱਥੇ ਜੋ ਬੰਦਾ ਦਿੰਦਾ ਹੈ ਨਾ ਉਹੀ ਉਹਦੇ ਕੋਲ ਮੁੜ ਕੇ ਵਾਪਸ ਹੁੰਦਾ ਹੈ ਇੱਕ ਦਿਨ, ਕਿਉਂਕਿ ਆਪੇ ਬੀਜ ਆਪੇ ਹੀ ਖਾਓ। ਕਰਮਾਂ ਦੀ ਖੇਤੀ ਹੈ ਜੀ, ਜੈਸਾ ਬੀਜੈ ਸੋ ਲੂਣਾ, ਕਰਮਾ ਸੰਧੜਾ ਖੇਤ। ਕਰਮਾਂ ਦੀ ਖੇਤੀ ਹੈ ਨਾ। ਕਹਿਣ ਲੱਗੇ ਹੁਣ ਉਸ ਕਰਕੇ ਤੇ ਤੇਰੀ ਬੇਪਤੀ ਹੋਈ, ਤੂੰ ਕਿਸੇ ਦੀ ਕੀਤੀ ਬੇਪਤੀ ਅੱਜ ਤੇਰੀ ਹੋ ਗਈ। ਚੇਤਾ ਰੱਖਿਆ ਜੇ ਪਿਆਰੇ ਆ ਗੱਲ, ਅੱਜ ਦੁੱਖ ਹੈ ਨਾ ਤੇ ਸਮਝੋ ਦੁੱਖ ਐਵੇਂ ਨਹੀਂ ਆਇਆ ਕਿਸੇ ਨੂੰ ਦੁਖੀ ਕੀਤਾ ਹੈ ਤਾਂ ਦੁੱਖ ਮਿਲਿਆ। ਜੇ ਕਿਸੇ ਦੀ ਬੇਇੱਜ਼ਤੀ ਕੀਤੀ ਹੈ, ਅੱਜ ਬੇਇੱਜ਼ਤੀ ਹੋਈ ਹੈ ਤਾਂ ਹੋਈ ਹੈ। ਇਹਦਾ ਉਲਟ ਕਰ ਦਿਓ, ਜੇ ਅੱਜ ਸੁਖੀ ਹੈ, ਸੁੱਖ ਮਿਲਿਆ ਹੈ ਨਾ, ਤੇ ਸਮਝੀ ਕਿਸੇ ਨੂੰ ਸੁੱਖ ਦਿੱਤਾ ਸੀ। ਅੱਜ ਹੱਸਿਆ ਹੈ ਨਾ, ਕਿਸੇ ਨੂੰ ਹਸਾਇਆ ਸੀ ਤੇ ਅੱਜ ਹੱਸ ਰਿਹਾ ਹੈ। ਤੇ ਜੇ ਅੱਜ ਰੋ ਰਿਹਾ ਹੈ ਨਾ, ਕਿਸੇ ਨੂੰ ਰਵਾਇਆ ਸੀ ਤੇ ਅੱਜ ਰੋ ਰਿਹਾ। ਕਰਮਾਂ ਦੀ ਖੇਡ। ਉਹਨੇ ਕਹਿਣਾ ਕੀਤਾ ਜੀ ਸਮਝ ਪੈ ਗਈ। ਪੰਚਾਲੀ ਦ੍ਰੋਪਦੀ ਕਹਿੰਦੀ ਮੈਨੂੰ ਸਮਝ ਪੈ ਗਈ ਜੀ, ਮੇਰੀ ਬੇਪਤੀ, ਮੇਰੀ ਇੱਜ਼ਤ ਕਿਉਂ ਗਈ। ਹੁਣ ਇਹ ਦੱਸੋ ਮੇਰੀ ਇੱਜ਼ਤ ਰਹਿ ਕਿਵੇਂ ਗਈ। ਸੁਣਿਓ ਪਿਆਰੋ, ਕਰਮਾਂ ਦੀ ਖੇਤੀ। ਕਹਿਣ ਲੱਗੇ ਹੁਣ ਇਹ ਤੇਰੇ ਪਿਛਲੇ ਜਨਮ ਦੀ ਕਥਾ ਕ੍ਰਿਸ਼ਨ ਭਗਵਾਨ ਸੁਣਾ ਰਹੇ ਹਨ। ਕਹਿੰਦੇ ਨੇ ਪਿਛਲੇ ਜਨਮ 'ਚ ਕਹਿਣ ਲੱਗੀ ਤੂੰ ਸਖੀਆਂ ਸਹੇਲੀਆਂ ਦੇ ਨਾਲ ਇਸ਼ਨਾਨ ਕਰਨ ਗਈ ਨਦੀ ਤੇ, ਕਿਉਂਕਿ ਪੁਰਾਣੇ ਸਮੇਂ 'ਚ ਦੁਆਪਰ ਯੁੱਗ ਦੀ ਕਹਾਣੀ ਹੈ ਜੀ। ਉਦੋਂ ਲੋਕ ਨਦੀਆਂ ਤੇ ਇਸ਼ਨਾਨ ਕਰਦੇ ਸਨ। ਕਹਿਣ ਲੱਗੇ ਤੂੰ ਉੱਥੇ ਇਸ਼ਨਾਨ ਕਰਨ ਗਈ, ਅੱਗੇ ਦੁਰਵਾਸਾ ਰਿਸ਼ੀ ਇਸ਼ਨਾਨ ਕਰਦਾ ਸੀ। ਦੁਰਵਾਸਾ ਬੜਾ ਵੱਡਾ ਰਿਸ਼ੀ ਹੋਇਆ ਜੀ। ਇਹ ਦੁਰਵਾਸਾ ਰਿਸ਼ੀ ਇਸ਼ਨਾਨ ਕਰਦਾ ਸੀ ਤੇ ਕਹਿਣ ਲੱਗੇ ਤੂੰ ਬੇਨਤੀ ਕੀਤੀ ਵੀ ਅਸੀਂ ਸਖੀਆਂ ਸਹੇਲੀਆਂ ਨੇ ਰਲ ਕੇ ਨਹਾਉਣਾ ਹੈ, ਰਿਸ਼ੀ ਜੀ ਤੁਸੀਂ ਬਾਹਰ ਆ ਜਾਓ। ਤੇ ਰਿਸ਼ੀ ਨੇ ਕਹਿਣਾ ਕੀਤਾ ਬੇਟਾ ਵੀ ਮੈਂ ਇਸ਼ਨਾਨ ਕਰਨ ਆਇਆ ਸੀ, ਨਦੀ ਦਾ ਵਹਾਅ, ਪਾਣੀ ਦਾ ਵਹਾਅ ਬੜਾ ਤੇਜ਼ ਹੈ ਤੇ ਮੈਂ ਜਿਹੜੀ ਲੱਕ ਦੇ ਉੱਪਰ ਮੇਰੇ ਕੱਪੜਾ ਸੀ ਨਾ ਉਹ ਪਾਣੀ 'ਚ ਵਹਿ ਗਿਆ ਤੇ ਮੈਂ ਨਗਨ ਹਾਂ ਪਾਣੀ ਤੇ ਮੈਂ ਬਾਹਰ ਨਹੀਂ ਆ ਸਕਦਾ। ਦ੍ਰੋਪਦੀ ਨੂੰ ਕਹਿਣ ਲੱਗੇ ਵੀ ਤੈਨੂੰ ਪਿਛਲੇ ਜਨਮ ਦੀ ਕਥਾ, ਤੈਨੂੰ ਤਰਸ ਆਇਆ, ਤੂੰ ਆਪਣੇ ਸਿਰ ਦਾ ਦੁਪੱਟਾ ਚੁੰਨੀ ਕਹਿਣ ਲੱਗੇ ਉਹਦੇ ਵਿੱਚੋਂ 2 ਟੁਕੜੇ ਕਰਕੇ ਇੱਕ ਦੁਰਵਾਸਾ ਰਿਸ਼ੀ ਵੱਲ ਸੁੱਟਿਆ ਤੇ ਇੱਕ ਆਪਣੇ ਸਿਰ ਤੇ ਰੱਖਿਆ। ਪਰ ਕਹਿਣ ਲੱਗੇ ਜਿਹੜਾ ਦੁਰਵਾਸਾ ਰਿਸ਼ੀ ਵੱਲ ਸੁੱਟਿਆ ਨਾ ਉਹ ਵੀ ਪਾਣੀ 'ਚ ਵਹਿ ਗਿਆ, ਉਹ ਵੀ ਪਾਣੀ ਵਿੱਚ ਚਲਾ ਗਿਆ। ਕਹਿਣ ਲੱਗੇ ਫਿਰ ਤੂੰ ਆਪ ਪਾਣੀ ਵਿੱਚ ਜਲ ਵਿੱਚ ਜਾ ਕੇ ਦੁਰਵਾਸਾ ਰਿਸ਼ੀ ਦੇ ਹੱਥ 'ਚ ਦੇ ਕੇ ਉਹ ਕੱਪੜਾ, ਦੁਰਵਾਸਾ ਰਿਸ਼ੀ ਨੇ ਆਪਣਾ ਨਗਨ ਢੱਕਿਆ ਤੇ ਬਾਹਰ ਨਿਕਲਿਆ। ਪਰ ਬਾਹਰ ਨਿਕਲਦੇ ਨੇ ਨਾਲ ਹੀ ਇੱਕ ਵਰ ਦੇ ਦਿੱਤਾ। ਕਹਿਣ ਲੱਗੇ ਬੇਟਾ ਬੱਚੀਏ, ਅੱਜ ਤੋਂ ਇੱਕ ਫਕੀਰ ਦਾ, ਇੱਕ ਰਿਸ਼ੀ ਦਾ ਨਗਨ ਢੱਕਿਆ ਹੈ, ਸਮਾਂ ਬਣੇਗਾ ਅਕਾਲ ਪੁਰਖ ਤੇਰਾ ਵੀ ਨਗਨ ਢਕੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸੋ ਸਮਾਂ ਬਣਿਆ ਅੱਜ ਤੂੰ ਵੀ ਨਗਨ ਹੋ ਜਾਣਾ ਸੀ, ਤੇ ਉਸ ਦਿਨ ਆ ਪੁੰਨ ਨਾ ਕੀਤਾ ਹੁੰਦਾ ਨਗਨ ਹੋ ਜਾਣਾ ਸੀ। ਸੋ ਇਹ ਪੁੰਨ ਕੀਤਾ, ਉਸ ਦਿਨ ਤੂੰ ਕਿਸੇ ਦਾ ਨਗਨ ਢਕਿਆ। ਅੱਜ ਪਰਮਾਤਮਾ ਨੇ ਤੇਰਾ ਨਗਨ ਢੱਕ ਦਿੱਤਾ, ਜੋ ਦਿੱਤਾ ਉਹੀ ਲਿਆ। ਬਸ ਪਿਆਰੋ, ਹੀ ਪਰਮਾਤਮਾ ਦੀ ਖੇਡ ਹੈ। ਆ ਕਹਿੰਦੇ ਹਨ ਨਾ, ਹੱਥਾਂ ਨਾਲ ਦਾਨ ਕਰਿਆ ਕਰੋ ਜੀ। ਹੱਥਾਂ ਦਾ ਦਾਨ ਕੀਤਾ, 10 ਉਂਗਲਾਂ ਦਾ ਦਾਨ ਕੀਤਾ ਨਾ, ਕਿਸੇ ਨਾ ਕਿਸੇ ਥਾਂ ਤੇ ਆ ਕੇ ਜ਼ਰੂਰ ਤੁਹਾਨੂੰ ਬਚਾਉਂਦਾ। ਇਸ ਕਰਕੇ ਕਹਿਣ ਲੱਗਿਆ ਤੇਰੇ ਕਰਮ ਸੀ, ਕਿਸੇ ਨਾਲ ਮਾੜਾ ਕੀਤਾ, ਬੇਇੱਜ਼ਤੀ ਕੀਤੀ ਕਿਸੇ ਦੀ, ਤੇਰੀ ਬੇਇੱਜ਼ਤੀ ਹੋ ਗਈ। ਤੂੰ ਕਿਸੇ ਦੀ ਪੱਤ ਰੱਖੀ, ਤੇਰੀ ਪੱਤ ਰਹਿ ਗਈ। ਬਸ ਆ ਕਰਮਾਂ ਦੀ ਖੇਡ। ਹੁਣ ਕਈ ਲੋਕ ਕਰਮਾਂ ਨੂੰ ਮੰਨਦੇ ਨਹੀਂ। ਇਹ ਸਾਖੀ ਪੂਰੀ ਹੋ ਗਈ। ਵੈਸੇ ਕ੍ਰਿਸ਼ਨ ਭਗਵਾਨ ਨੇ ਸਮਝਾਇਆ, ਉਹ ਸਮਝ ਗਈ ਦ੍ਰੋਪਦੀ ਵੀ ਵਾਕਿਆ ਹੀ ਜੋ ਦਿੱਤਾ ਮੈਂ ਉਹੀ ਮੇਰੇ ਕੋਲ ਵਾਪਸ ਆਇਆ। ਆਪੇ ਬੀਜ ਆਪੇ ਹੀ ਖਾਓ। ਤੇ ਕਈ ਹੁਣ ਜਿਹੜੇ ਬੰਦੇ ਕਰਮਾਂ ਨੂੰ ਨਹੀਂ ਮੰਨਦੇ, ਨਹੀਂ ਜੀ ਇਹ ਕਰਮਾਂ ਵਾਲਾ ਕੁਛ ਨਹੀਂ ਹੁੰਦਾ। ਮੈਂ ਬੇਨਤੀ ਕਰਾਂ, ਪਹਿਲੀ ਗੱਲ ਤੇ ਬਾਣੀ ਨੇ ਮੰਨਿਆ। ਦੂਜੀ, ਕਈ ਵਾਰ ਬੰਦਾ ਇਹ ਗੱਲ ਸੋਚਦਾ ਵੀ ਪਿਛਲੇ ਜਨਮ ਦਾ ਅਗਲੇ ਜਨਮ 'ਚ ਮਿਲਦਾ ਹੈ। ਕਿਸ ਤਰ੍ਹਾਂ ਮਿਲਦਾ? ਛੋਟੀ ਜਿਹੀ ਉਦਾਹਰਨ ਸੁਣਿਓ ਪਿਆਰਿਓ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਵੀ ਇੱਕ ਥਾਂ ਦੀ ਮਿੱਟੀ ਪੁੱਟ ਕੇ ਨਾ ਟਰਾਲੀ 'ਚ ਪਾ ਕੇ ਆਪਾਂ ਕਈ ਕੋ ਦੂਜੀ ਪੈਲੀ ਵਿੱਚ ਜਾ ਕੇ ਖੇਤ ਵਿੱਚ ਸੁੱਟ ਦਿੰਦੇ ਹਾਂ। ਹੁਣ ਪਿਆਰੋ, ਜਿਹੜੀ ਪਿੱਛੋਂ ਪੁੱਟ ਕੇ ਲਿਆਈ ਮਿੱਟੀ ਵਿੱਚ, ਉਹਦੇ ਵਿੱਚ ਕਈ ਪੌਦੇ ਬੀਜ ਆ ਜਾਂਦੇ ਹਨ, ਤੇ ਦੂਜੀ ਥਾਂ ਤੇ ਜਦੋਂ ਸੁੱਟੇ ਜਾਂਦੇ ਨੇ, ਕੀ ਉਹ ਬੀਜ ਉਗਦੇ ਨਹੀਂ? ਉਹ ਪੌਦੇ ਉਗਦੇ ਹਨ। ਉਹ ਪੌਦੇ ਥੋੜ੍ਹਾ ਸੋਚਦੇ ਨੇ ਅਸੀਂ ਤੇ ਉੱਥੋਂ ਆਏ ਜੀ, ਸਾਡੀ ਮਿੱਟੀ ਤੇ ਉਹ ਸੀ, ਅਸੀਂ ਤਾਂ ਉੱਥੋਂ ਦੇ ਰਹਿਣ ਵਾਲੇ, ਇੱਥੇ ਕਿਉਂ ਉਗਣਾ? ਨਹੀਂ, ਉਗ ਪੈਂਦੇ ਹਨ। ਦੂਜੀ ਥਾਂ ਦੀ ਮਿੱਟੀ ਦੂਜੀ ਤੀਜੀ ਥਾਂ ਜਾ ਕੇ ਵੀ ਉਗ ਸਕਦੀ ਹੈ। ਇਸੇ ਤਰ੍ਹਾਂ ਪਿਆਰਾ, ਤੇਰੇ ਪਿਛਲੇ ਕਰਮ ਦੇ ਬੀਜੇ ਹੋਏ ਪੁੰਨ ਪਾਪ ਦੂਜੇ ਜਨਮ ਵਿੱਚ ਵੀ ਉਗ ਸਕਦੇ ਹਨ। ਇਹ ਗੱਲ ਚੇਤਾ ਰੱਖਿਆ, ਕਰਮਾਂ ਦੀ ਖੇਤੀ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਈ। ਸੋ ਕਰਮਾਂ ਦੀ ਆ ਖੇਡ ਹੈ ਜੀ। ਇਸ ਕਰਕੇ ਸੋਚ ਵਿਚਾਰ ਕੇ ਕਰਮ ਕਰਿਆ ਕਰੋ, ਕਿਉਂਕਿ ਲੇਖਾ ਸਵਾਸ ਸਵਾਸ ਦਾ। ਇਤਨਾ ਇਹਨਾਂ ਬਚਨਾਂ ਨਾਲ ਸਮਾਪਤੀ। ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।